ਗੁਰੂ ਪਿਆਰੀ ਸਾਧ ਸੰਗਤ ਜੀ, ਸਤਿਗੁਰੂ ਮਹਾਰਾਜ ਜੀ ਨੇ ਕਿਰਪਾ ਕੀਤੀ ਹੈ। ਗੁਰੂ ਅੰਗਦ ਦੇਵ ਜੀ ਪਾਤਸ਼ਾਹ ਜੀ, ਉਹਨਾਂ ਨੇ ਜਦੋਂ ਕਲਾ ਵਰਤਾਈ, ਹਮਾਯੂੰ ਬਾਦਸ਼ਾਹ ਦਾ ਹੰਕਾਰ ਤੋੜਿਆ। ਉਹ ਸਾਰੀ ਕਥਾ ਆਓ ਆਪਾਂ ਸਰਵਣ ਕਰਦੇ ਹਾਂ ਜੀ। ਬਾਬਰ ਦੀ ਮੌਤ ਤੋਂ ਬਾਅਦ ਉਹਦਾ ਵੱਡਾ ਪੁੱਤਰ ਨਸੀਰ ਉਦ-ਦੀਨ, ਜਿਹੜਾ ਹਮਾਯੂੰ ਸੀ, 26 ਦਸੰਬਰ 1530 ਈਸਵੀ ਨੂੰ ਆਗਰੇ ਦੇ ਤਖਤ ਤੇ ਬੈਠਾ। ਉਹਨੇ ਹਜੇ 10 ਸਾਲ ਵੀ ਰਾਜ ਨਹੀਂ ਸੀ ਕੀਤਾ ਕਿ ਇੱਕ ਪਠਾਨ ਸ਼ੇਰ ਸ਼ਾਹ ਸੂਰੀ ਨਾਲ ਉਹਦੀ ਲੜਾਈ ਹੋ ਗਈ ਤੇ ਉਹ ਲੜਾਈ ਦੇ ਵਿੱਚ ਹਮਾਯੂੰ ਬਾਦਸ਼ਾਹ ਹਾਰ ਗਿਆ। ਸ਼ੇਰ ਸ਼ਾਹ ਸੂਰੀ ਨੇ ਕੀ ਕੀਤਾ, ਆਗਰੇ ਤੇ ਕਬਜ਼ਾ ਕਰ ਲਿਆ। ਆਪਣੀ ਜਾਨ ਬਚਾਉਂਦਾ ਹੋਇਆ ਹਮਾਯੂੰ ਬਾਦਸ਼ਾਹ ਜਦੋਂ ਕੁਝ ਸਾਥੀਆਂ ਸਮੇਤ ਪੰਜਾਬ ਦੇ ਵੱਲ ਆਇਆ ਨਾ, ਤੇ ਉਦੋਂ ਉਹ ਜੋ ਵੀ ਘਟਨਾ ਵਾਪਰੀ ਹੈ, ਕਵੀ ਰਾਜ ਕਵੀ ਭਾਈ ਸੰਤੋਖ ਸਿੰਘ ਜੀ ਨੇ ਉਸ ਨੂੰ ਗੁਰਪ੍ਰਤਾਪ ਸੂਰਜ ਪ੍ਰਕਾਸ਼ ਗ੍ਰੰਥ ਦੇ ਵਿੱਚ ਦਰਜ ਕੀਤਾ ਹੈ ਜੀ, ਕਿ ਇਹ ਜੋ ਆਗਰੇ ਦਾ ਦਿੱਲੀ ਦਾ ਰਾਜ ਸੀ, ਪਠਾਣਾ ਨੇ ਆ ਕੇ ਖੋਹ ਲਿਆ। ਉਸ ਵਕਤ ਬੜਾ ਦੁਖੀ ਹੋਇਆ। ਹਮਾਯੂੰ ਨੇ ਆਪਦੇ ਜਿਹੜੇ ਵਜ਼ੀਰ ਸੀ, ਅਹਿਲਕਾਰ ਸੀ, ਉਹਨਾਂ ਨਾਲ ਸਲਾਹ ਕੀਤੀ। ਸ੍ਰੀ ਨਾਨਕ ਕੋ ਸੇਵਕ ਪੂਰਾ ਹੈ ਕਿ ਨਹੀਂ ਗਾਦੀ ਪਰ ਰੂਰਾ। ਗੁਰੂ ਨਾਨਕ ਦੇਵ ਜੀ ਦਾ ਕੋਈ ਪੂਰਨ ਸੇਵਕ ਹੈ ਜੋ ਉਹਨਾਂ ਦੀ ਗੱਦੀ ਤੇ ਬੈਠਾ ਹੈ, ਕਿਉਂਕਿ ਅਸੀਂ ਹੁਣ ਉਹਨਾਂ ਨੂੰ ਜਾ ਕੇ ਹੀ ਦਰਸ਼ਨ ਕਰਾਂਗੇ, ਬੇਨਤੀ ਕਰਾਂਗੇ, ਕਿਉਂਕਿ ਮੇਰੇ ਪਿਤਾ ਬਾਬਰ ਨੇ ਗੁਰੂ ਨਾਨਕ ਜੀ ਪਾਸੋਂ ਹੀ ਇਹ ਬਾਦਸ਼ਾਹੀ ਪ੍ਰਾਪਤ ਕੀਤੀ ਸੀ। ਇਹ ਗੱਲ ਨੂੰ ਹਮਾਯੂੰ ਨੇ ਸਵੀਕਾਰ ਕੀਤਾ ਹੈ। ਮਮ ਪਿਤ ਬਾਬਰ ਤੈਂ ਤੇ ਪਾਈ, ਕਿ ਜੇ ਰਾਜ ਗੱਦੀ, ਇਹ ਰਾਜ ਸੀ ਜਿਹੜੀ ਠਾਠ ਬਾਠ ਮਿਲੀ ਆ ਸਾਨੂੰ, ਇਹ ਗੁਰੂ ਨਾਨਕ ਪਾਤਸ਼ਾਹ ਜੀ ਦੇ ਘਰ ਤੋਂ ਮਿਲੀ ਆ। ਕਈ ਪੀੜ੍ਹੀਆਂ ਤੱਕ ਉਹਨਾਂ ਨੇ ਬਾਦਸ਼ਾਹੀ ਬਖਸ਼ੀ ਸੀ। ਤਾਂ ਮੈਂ ਉਹਨਾਂ ਨੂੰ ਜਾ ਕੇ ਪੁੱਛਣਾ ਚਾਹੁੰਦਾ, ਜਿਨ੍ਹਾਂ ਦੇ ਮਨ ਵਿੱਚ ਕੋਈ ਭੈ ਨਹੀਂ ਸੀ। ਫਿਰ ਵਜ਼ੀਰ ਨੇ ਆਖਿਆ, ਉਹਨਾਂ ਦੀ ਗੱਦੀ ਤੇ ਤਾਂ ਗੁਰੂ ਅੰਗਦ ਦੇਵ ਜੀ ਪਾਤਸ਼ਾਹ ਜੀ ਸਜੇ ਹੋਏ ਆ, ਸਾਨੂੰ ਉੱਥੇ ਜਾਣਾ ਚਾਹੀਦਾ, ਤੇ ਉਹ ਪੂਰਨ ਬ੍ਰਹਮ ਗਿਆਨੀ ਹਨ, ਦੂਰ ਦੂਰ ਦੇ ਦੇਸ਼ਾਂ ਵਿੱਚ ਬਲੀ ਕਰਕੇ ਪ੍ਰਸਿੱਧ ਆ। ਤੁਹਾਡੀ ਮੁਰਾਦ ਉੱਥੋਂ ਜ਼ਰੂਰ ਪੂਰੀ ਹੋ ਜਾਵੇਗੀ। ਇਸ ਵੇਲੇ ਸਾਨੂੰ ਜਾਣਾ ਚਾਹੀਦਾ। ਉਹਨਾਂ ਨੂੰ ਜਾ ਕੇ ਪੁੱਛੋ ਜਿਹੜੇ ਘਰ ਤੋਂ ਸਾਨੂੰ ਇਹ ਪਦਵੀ ਮਿਲੀ ਆ। ਇਹ ਸੁਣਿਆ ਹਮਾਯੂੰ ਬਾਦਸ਼ਾਹ ਨੇ ਖਡੂਰ ਸਾਹਿਬ ਦੀ ਧਰਤੀ ਤੇ ਪਹੁੰਚਿਆ। ਸ਼੍ਰੀ ਅੰਗਦ ਜੀ ਜਹਾਂ ਸਹਾਇਓ, ਗੁਰੂ ਅੰਗਦ ਦੇਵ ਜੀ ਪਾਤਸ਼ਾਹ ਜੀ ਜਿੱਥੇ ਸੋਭਾ ਪਾ ਰਹੇ ਆ, ਜਿਨ੍ਹਾਂ ਪਾਸ ਕਿਸੇ ਪ੍ਰਕਾਰ ਦੀ ਗਮੀ ਖੁਸ਼ੀ ਨਹੀਂ ਸੀ, ਉਹ ਉਸ ਸਮੇਂ ਬੱਚਿਆਂ ਨਾਲ ਖੇਡ ਰਹੇ ਆ। ਸੰਗ ਬਾਲਕਨ ਖੇਲਤ ਬੈਸੇ, ਹਰ ਕਸੋਗ ਜਿਨ ਮੈਂ ਨੈ ਕੈਸੇ। ਨਮਸਕਾਰ ਕਰਕੇ ਹਮਾਯੂੰ ਖੜਾ ਹੋ ਗਿਆ, ਪਰ ਮਹਾਰਾਜ ਨੇ ਉਹਦੀ ਪ੍ਰੀਖਿਆ ਲਈ ਆ, ਉਹਦਾ ਸਬਰ ਵੇਖਣਾ ਸੀ। ਰੱਤਾ ਵੀ ਉਹਦੇ ਵੱਲ ਧਿਆਨ ਨਹੀਂ ਦਿੱਤਾ। ਮਹਾਰਾਜ ਬੱਚਿਆਂ ਨਾਲ ਹੀ ਖੇਡਦੇ ਰਹੇ ਆ। ਗੁਰੂ ਅੰਗਦ ਦੇਵ ਜੀ ਮਹਾਰਾਜ ਸਭ ਦੇ ਦਿਲਾਂ ਦੀਆਂ ਜਾਣਦੇ ਆ। ਹਮਾਯੂੰ ਨੇ ਗੱਲ ਦਾ ਗੁੱਸਾ ਕੀਤਾ, ਕਹਿਣ ਲੱਗਾ, ਦੇਖੋ ਮੈਂ ਬਾਦਸ਼ਾਹ ਹਾਂ, ਜਦੋਂ ਮੈਂ ਲੰਘਦਾ ਲੋਕ ਮੇਰਾ ਸਤਿਕਾਰ ਕਰਦੇ ਆ। ਮੇਰੀ ਇੱਕ ਆਵਾਜ਼ ਤੇ ਨੌਕਰ ਚਾਕਰ ਮੇਰੇ ਕੋਲ ਆ ਕੇ ਖੜੇ ਹੋ ਜਾਂਦੇ ਆ। ਇਹ ਕੌਣ ਹਨ? ਬਾਬਾ ਨਾਨਕ ਜੀ ਦੀ ਗੱਦੀ ਦੇ ਵਾਰਸ, ਜਿਨ੍ਹਾਂ ਨੇ ਮੇਰੇ ਵੱਲ ਵੇਖਿਆ ਵੀ ਨਹੀਂ। ਤਬ ਹਮਾਯੂੰ ਮਨ ਕੋਪ ਵਿਸ਼ੇਖਾ, ਨੈ ਇਸਨੇ ਮੇਰੀ ਦਿਸ਼ ਦੇਖਾ। 2 ਘੜੀਆਂ ਮੈਂ ਖੜਾ ਰਿਹਾ ਤੇ ਇਹਨਾਂ ਨੇ ਕੁਝ ਵੀ ਆਪਣੇ ਮਨ ਵਿੱਚ ਨਹੀਂ ਲਿਆਂਦਾ। ਮੇਰਾ ਰਾਜ ਚਲਾ ਗਿਆ, ਮੈਂ ਦੀਨ ਹੋ ਗਿਆ, ਪਾਸ ਖੜੇ ਨੂੰ ਪਛਾਣਿਆ ਤੱਕ ਨਹੀਂ। ਹੁਣ ਦੇਖੋ ਜੀ, ਹਮਾਯੂੰ ਬਾਦਸ਼ਾਹ ਹੈ। ਬਾਦਸ਼ਾਹ ਜਿਹੜੇ ਹੁੰਦੇ ਆ, ਕਈ ਵਾਰੀ ਜੇ ਧਰਮ ਦੇ ਨਾਲ ਨਾ ਜੁੜੇ ਹੋਣ, ਹਉਮੈ ਵਿੱਚ ਆ ਜਾਂਦੇ ਆ। ਹਉਮੈ ਤੋਂ ਗੁੱਸੇ ਦਾ ਵੀ ਜਨਮ ਹੁੰਦਾ ਵੀ ਮੇਰਾ ਹੁਕਮ ਕਿਉਂ ਨਹੀਂ ਮੰਨਿਆ। ਤੈਨੇ ਕਿਹਾ ਵੀ ਹੁਣ ਗੁਰੂ ਸਾਹਿਬ ਨੂੰ ਮੈਂ ਮਾਰ ਹੀ ਦੇਵਾਂ, ਇਹ ਗੱਲ ਠੀਕ ਰਹੂਗੀ। ਦਿਲ ਦੇ ਵਿੱਚ ਸੋਚਿਆ, ਇੱਦਾਂ ਵਿਚਾਰ ਕੀਤੀ ਆ, ਕਿਉਂਕਿ ਕੋਈ ਵੀ ਕੰਮ ਕਰਨ ਤੋਂ ਪਹਿਲਾਂ ਆਪਾਂ ਸੋਚਦੇ ਹਾਂ ਫਿਰ ਕਰਦੇ ਹਾਂ। ਫੁਰਨਾ ਬਣਾਇਆ, ਫਿਰ ਕਰਮ ਕਰਨ ਲੱਗਾ। ਤਲਵਾਰ ਦੀ ਮੁੱਠੀ ਤੇ ਆਪਣਾ ਹੱਥ ਧਰਿਆ, ਉਚਿਤ ਮਾਰਵੇ ਹਿਰਦੇ ਵਿਚਾਰ, ਧਰਿਓ ਹਾਥ ਕਬਜੇ ਤਲਵਾਰ। ਦਿਲ ਵਿੱਚ ਇਹ ਗੱਲ ਪੱਕੀ ਧਾਰ ਲਈ ਕਿ ਤਲਵਾਰ ਖਿੱਚ ਕੇ ਇਹਨਾਂ ਨੂੰ ਮਾਰ ਦੇਣਾ। ਫਿਰ ਇਹਨਾਂ ਨੂੰ ਪਤਾ ਲੱਗੂ ਮੈਂ ਬਾਦਸ਼ਾਹ ਤੇ ਇੱਥੇ ਆਇਆ ਸੀ, ਤੁਸੀਂ ਉਹਦੀ ਕਦਰ ਕਿਉਂ ਨਹੀਂ ਕੀਤੀ। ਜਦੋਂ ਤਲਵਾਰ ਨੂੰ ਮਿਆਨ ਵਿੱਚੋਂ ਕੱਢਣ ਲੱਗਾ
ਕਵੀ ਰਾਜ ਭਾਈ ਸੰਤੋਖ ਸਿੰਘ ਜੀ ਲਿਖਦੇ ਆ, ਉਸ ਵੇਲੇ ਉਹਦਾ ਹੱਥ ਤਲਵਾਰ ਦੀ ਮੁੱਠੀ ਨਾਲ ਹੀ ਜੁੜ ਗਿਆ। ਹੁਣ ਜਿਹੜੀ ਹੁਮਾਯੂੰ ਦੀ ਤਲਵਾਰ ਆ, ਹੇਠਾਂ ਉੱਪਰ ਹੁੰਦੀ ਨਹੀਂ ਸੀ। ਬਹੁਤ ਦੇਰ ਉਹਨੇ ਹਿਲਾਉਣ ਦੀ ਕੋਸ਼ਿਸ਼ ਕੀਤੀ ਆ, ਪੂਰਾ ਜ਼ੋਰ ਲਾਇਆ, ਪਰ ਸਾਰਾ ਬਲ ਉਹਦਾ ਜਾਂਦਾ ਰਿਹਾ। ਫਿਰ ਮੂਰਖ ਪਛਤਾਉਣ ਲੱਗਾ, ਮੈਂ ਤਾਂ ਅਭਾਗਾ ਹਾਂ, ਖੋਟੀ ਕਿਸਮਤ ਵਾਲਾ ਹਾਂ। ਪੁੰਨ ਮੂਰਖ ਪਛਤਾਵਣ ਲੱਗਾ, ਕਰਿਓ ਖੋਟ ਮੈਂ ਹੁਤੋ ਅਭਾਗਾ। ਮੈਂ ਇਹ ਗੁਰੂ ਘਰ ਦੀ ਨਿੰਦਿਆ ਕੀਤੀ ਆ ਤੇ ਦਿਲ ਦੇ ਵਿੱਚ ਬੁਰੇ ਵਿਚਾਰ ਧਾਰਨ ਕੀਤੇ, ਮਨ ਦੇ ਵਿੱਚ ਖੋਟੀ ਮੱਤ ਸੀ ਮੇਰੀ। ਗੁਰੂ ਅੰਗਦ ਦੇਵ ਜੀ ਮਹਾਰਾਜ ਨੇ ਫਿਰ ਉਹਦੇ ਵੱਲ ਦੇਖਣਾ ਕੀਤਾ। ਜਦੋਂ ਮਹਾਰਾਜ ਨੇ ਤੱਕਿਆ ਨਾ ਵੀ ਹੁਣ ਇਹਦੀ ਆਕੜ ਜਿਹੜੀ ਹਉਮੈ ਆ, ਸਾਰਾ ਗੁੱਸਾ ਕ੍ਰੋਧ ਲੈ ਗਿਆ, ਤਾਂ ਗੁਰੂ ਜੀ ਨੇ ਉਹਨੂੰ ਦੀਨ ਹੋਇਆ ਦੇਖ ਕੇ ਬਚਨ ਕੀਤੇ, ਸ਼ੇਰ ਸਾਸੋ ਕਛ ਨਾ ਵਸਾਇਓ, ਖੜਗ ਹਤਨ ਹਮ ਪਰ ਚਲੇ ਆਇਓ। ਕਿ ਦੇਖੋ ਜੀ, ਜਿੱਥੇ ਤਾਂ ਤਲਵਾਰ ਚਲਾਉਣੀ ਚਾਹੀਦੀ ਸੀ ਉੱਥੇ ਤੁਹਾਡੇ ਤੋਂ ਚੱਲੀ ਨਹੀਂ, ਇੱਥੇ ਸਾਡੇ ਉੱਤੇ ਆ ਕੇ ਨਿਰਦੋਸ਼ਾਂ ਤੇ ਨਿਹੱਥਿਆਂ ਤੇ ਫਕੀਰਾਂ ਦੇ ਉੱਪਰ ਆ ਕੇ ਤਲਵਾਰ ਚਲਾਉਣਾ ਚਾਹੁੰਦੇ ਹੋ। ਜਿੱਥੇ ਚਲਾਉਣੀ ਸੀ ਉੱਥੇ ਚੱਲੀ ਨਹੀਂ। ਸ਼ੇਰ ਸਾਹ ਨਾਲ ਤਾਂ ਕੁਝ ਵਸ ਚੱਲਿਆ ਨਹੀਂ, ਤਲਵਾਰ ਨਾਲ ਸਾਨੂੰ ਮਾਰਨ ਲਈ ਆਏ ਹੋ। ਕਾਇਰ ਭਇਓ ਭਾਜ ਕਰਿਆ ਵਾ, ਉੱਥੋਂ ਡਰਦੇ ਜਾਨ ਬਚਾ ਕੇ ਭੱਜ ਕੇ ਆਏ ਹੋ ਪਠਾਣਾ ਤੋਂ, ਸਾਨੂੰ ਹੁਣ ਬਹਾਦਰੀ ਵਿਖਾਉਣਾ ਚਾਹੁੰਦੇ ਹੋ। ਫਿਰ ਹੁਮਾਯੂੰ ਬਾਦਸ਼ਾਹ ਨੂੰ ਬੜਾ ਇਸ ਤਰ੍ਹਾਂ ਮਹਿਸੂਸ ਹੋਇਆ ਵੀ ਮੈਥੋਂ ਵੱਡੀ ਗਲਤੀ ਹੋਈ ਆ। ਫਿਰ ਉਹਨੇ ਮਾफ़ੀ ਮੰਗੀ ਮਹਾਰਾਜ ਤੋਂ, ਕਹਿਣ ਲੱਗਾ, ਜੀ ਮੈਂ ਤਾਂ ਵੱਡਾ ਮੂਰਖ ਅਣਜਾਣ ਆ। ਗੁਰੂ ਨਾਨਕ ਦੇਵ ਜੀ ਖੁਦਾ ਦੇ ਰੂਪ ਸੀ, ਉਹਨਾਂ ਦੀ ਬਖਸ਼ਿਸ਼ ਜੋ ਉਹਨਾਂ ਨੇ ਬਚਨ ਕੀਤੇ ਸੀ ਮੇਰੇ ਪਿਤਾ ਜੀ ਨੂੰ ਕਿ ਰਾਜ ਭਾਗ ਬਣਿਆ ਰਹੇਗਾ, ਹੁਣ ਉਹ ਬਖਸ਼ਿਸ਼ ਮੈਨੂੰ ਇਉਂ ਲੱਗਦਾ ਵੀ ਖਤਮ ਹੋਣ ਲੱਗੀ ਆ। ਇਹਦਾ ਕਾਰਨ ਕੀ ਆ? ਕੀ ਗੁਰੂ ਨਾਨਕ ਦੇਵ ਜੀ ਦੇ ਬਚਨ ਜਿਹੜੇ ਆ ਸੱਚੇ ਨਹੀਂ ਹਨ? ਮੈਂ ਹੁਣ ਇਹ ਪੁੱਛਣ ਆਇਆ, ਕਈ ਪੀੜ੍ਹੀਆਂ ਤੱਕ ਸਾਡਾ ਰਾਜ ਰਹੇਗਾ, ਬਾਬਾ ਜੀ ਦੇ ਬਚਨ ਹੋਏ ਆ, ਪਰ ਮੈਂ ਤਾਂ ਪਠਾਣਾ ਤੋਂ ਹਾਰ ਚੁੱਕਾ। ਮੈਂ ਤੁਹਾਡੇ ਤੇ ਗੁਰੂ ਨਾਨਕ ਦੇਵ ਜੀ ਵਿੱਚ ਕੋਈ ਭੇਦ ਨਹੀਂ ਪਾਇਆ ਜੀ, ਤੁਸੀਂ ਭਾਵ ਗੁਰੂ ਨਾਨਕ ਦੇਵ ਜੀ ਦਾ ਰੂਪ ਹੋ। ਇਹ ਕਿਆ ਕਾਰਨ ਬੂਝਣ ਆਵਾ, ਤੁਮ ਸੋ ਉਨਕੋ ਭੇਦ ਨਾ ਪਾਵਾ। ਸ੍ਰੀ ਅੰਗਦ ਦੇਵ ਜੀ ਮਹਾਰਾਜ ਨੇ ਸੁਣ ਕੇ ਕਿਹਾ, ਤੁਸੀਂ ਬੇਇਨਸਾਫੀ ਕੀਤੀ ਆ ਆਪਣੇ ਰਾਜ ਵਿੱਚ। ਰਾਜ ਗੱਦੀ ਤੇ ਜਦੋਂ ਆਪਾਂ ਬੈਠ ਜਾਈਏ ਉਦੋਂ ਸਾਨੂੰ ਇੱਕ ਰਾਜੇ ਨੂੰ ਬੇਇਨਸਾਫੀ ਨਹੀਂ ਕਰਨੀ ਚਾਹੀਦੀ, ਸਗੋਂ ਪਰਜਾ ਬਾਰੇ ਸੋਚਣਾ ਚਾਹੀਦਾ। ਕਿਉਂਕਿ ਬਹੁਤੇ ਰਾਜੇ ਕੀ ਹੁੰਦੇ ਆ, ਰਾਜੇ ਪਾਪ ਕਮਾਵਦੇ, ਉਲਟੀ ਵਾੜ ਖੇਤ ਕੋ ਖਾਈ। ਉਲਟੀ ਵਾੜ ਹੀ ਖੇਤ ਨੂੰ ਖਾਣ ਲੱਗ ਜਾਂਦੀ ਹੈ। ਵਾੜ ਦਾ ਕੰਮ ਹੁੰਦਾ ਖੇਤ ਦੀ ਰਖਵਾਲੀ ਕਰਨੀ, ਇਹ ਤਾਂ ਉਲਟੀ ਰੀਤ ਚੱਲ ਪੈਂਦੀ ਹੈ। ਤੁਸੀਂ ਇਸ ਕਰਕੇ ਹਾਰੇ ਹੋ, ਤੁਸੀਂ ਵੱਡੀ ਕੋਈ ਬੇਇਨਸਾਫੀ ਕੀਤੀ ਆ, ਇਹਦੇ ਕਰਕੇ ਤੁਹਾਡੀ ਨਰਾਦਰੀ ਹੋਈ ਆ। ਹੁਣ ਜੇ ਸਾਡੇ ਮਾਰਨ ਲਈ ਆਪਣਾ ਹੱਥ ਤਲਵਾਰ ਦੀ ਮੁੱਠੀ ਤੇ ਨਾ ਧਰਦੇ, ਬਾਦਸ਼ਾਹੀ ਹੁਣੇ ਮਿਲ ਜਾਣੀ ਸੀ, ਵਿਧੀ ਬਣਨੀ ਸੀ ਕੋਈ। ਕਿਉਂਕਿ ਤੁਸੀਂ ਨੀਵੇਂ ਹੋ ਕੇ ਗੁਰੂ ਨਾਨਕ ਜੀ ਦੇ ਘਰ ਵਿੱਚ ਚੱਲ ਕੇ ਆਓਗੇ, ਖੁਸ਼ੀਆਂ ਮਿਲਣਗੀਆਂ। ਹੁਣ ਆਕੜ ਕੇ ਆਏ ਹੋ, ਚਲੋ ਹੁਣ ਮਾफ़ੀ ਤਾਂ ਮੰਗ ਲਈ ਆ, ਤੇ ਹੁਣ ਦਰਸ਼ਨ ਦੇ ਫਲ ਵਜੋਂ ਫਿਰ ਵੀ ਕਿਰਪਾ ਤਾਂ ਹੋ ਜਾਵੇਗੀ। ਪਰ ਹੁਣ ਤੁਸੀਂ ਆਪਣੇ ਦੇਸ਼ ਜਾਏ ਵਿਲਾਇਤ ਆ ਫਿਰ ਆਵੋ। ਤੁਸੀਂ ਨਾ ਅਫਗਾਨਿਸਤਾਨ, ਤੁਰਕਸਤਾਨ, ਈਰਾਨ, ਇਹਨਾਂ ਨੂੰ ਵਿਲਾਇਤ ਕਹਿੰਦੇ ਹੁੰਦੇ ਸੀ, ਇਹਨਾਂ ਵਿੱਚ ਰਹਿ ਕੇ ਦੁਬਾਰਾ ਆਓ। ਜਦੋਂ ਦੁਬਾਰਾ ਮੁੜ ਕੇ ਆਓਗੇ, ਦਿੱਲੀ ਦੇ ਤਖਤ ਦਾ ਛਤਰ ਫਿਰ ਮਿਲ ਜਾਵੇਗਾ। ਛਤਰ ਤਖਤ ਦਿੱਲੀ ਪੁਣ ਪਾਵੋ, ਜਾਏ ਵਿਲਾਇਤ ਆ ਫਿਰ ਆਵੋ। ਮਹਾਰਾਜ ਨੇ ਬਚਨ ਕਰ ਦਿੱਤੇ, ਇੱਕ ਸਾਧ ਬਚਨ ਅਟਲਾਦਾ। ਇਹ ਸੁਣ ਕੇ ਹੁਮਾਯੂੰ ਵਿਦੇਸ਼ ਵਿੱਚ ਚਲਾ ਗਿਆ। ਉੱਥੇ ਜਾ ਕੇ ਤੇ ਉਹਨੇ ਮਹਾਰਾਜ ਦੇ ਬਚਨ ਮੰਨੇ। ਫਿਰ ਵੱਡੀ ਫੌਜ ਇਕੱਠੀ ਕੀਤੀ, ਹਿੰਦੁਸਤਾਨ ਵਿੱਚ ਵਾਪਸ ਆਇਆ। ਸਾਰਾ ਦੇਸ਼ ਉਹਨੇ ਫਤਿਹ ਕੀਤਾ। ਜਿੰਨੇ ਪਠਾਨ ਸੀਗੇ, ਜਿਨ੍ਹਾਂ ਤੋਂ ਹਾਰਿਆ ਸੀ, ਸਾਰਿਆਂ ਨੂੰ ਮਾਰ ਦਿੱਤਾ। ਸਤਿਗੁਰੂ ਅੰਗਦ ਦੇਵ ਜੀ ਮਹਾਰਾਜ ਸਦਾ ਹੀ ਬੇਪਰਵਾਹ ਰਹਿੰਦੇ ਆ। ਉਹਨਾਂ ਦੇ ਮਨ ਵਿੱਚ ਮੋਹ ਤੇ ਵੈਰ ਨਹੀਂ। ਜਿਹੜੇ ਵੀ ਉਹਨਾਂ ਦੇ ਪਾਸ ਚੱਲ ਕੇ ਜਾਂਦੇ ਆ, ਜਿਹੋ ਜੀ ਵੀ ਇੱਛਾ ਕਰਦੇ ਆ ਨਾ, ਉਹਨਾਂ ਨੂੰ ਉਹ ਸਭ ਕੁਝ ਮਿਲ ਜਾਂਦਾ ਹੈ। ਕਵੀ ਰਾਜ ਭਾਈ ਸੰਤੋਖ ਸਿੰਘ ਜੀ ਕਹਿੰਦੇ, ਦੇਖੋ ਹੁਮਾਯੂੰ ਬਾਦਸ਼ਾਹ ਉਹਨੇ ਕਿੱਡੀ ਮੂਰਖਤਾ ਕੀਤੀ। ਮਹਾਰਾਜ ਉੱਪਰ ਤਲਵਾਰ ਚੁੱਕਣ ਲੱਗਾ ਸੀ ਤੇ ਹੱਥ ਉਹਦਾ ਜੁੜ ਗਿਆ ਤਲਵਾਰ ਦੀ ਮੁੱਠੀ ਨਾਲ।
ਕਿੱਡੀ ਵੱਡੀ ਕਲਾ ਹੈ। ਤਾਂ ਜਿਸ ਦਾ ਸਾਹਿਬ ਡਾਢਾ ਹੋਏ ਤਿਸ ਨੂੰ ਮਾਰ ਨਾ ਸਕੈ ਕੋਈ। ਜਦੋਂ ਗੁਰੂ ਦੀ ਰਹਿਮਤ ਹੋ ਜਾਂਦੀ ਆ, ਗੁਰੂ ਦੀ ਕਿਰਪਾ ਹੋ ਜਾਂਦੀ ਆ, ਫੇਰ ਨਹੀਂ ਕੋਈ ਕਿਸੇ ਜੀ ਨੂੰ ਮਾਰ ਸਕਦਾ। ਜਿਸ ਤੂੰ ਹੋਵੇ ਵੱਲ, ਜਿਹਦੇ ਵੱਲ ਰੱਬ ਹੋ ਜਾਵੇ, ਉਹਨੂੰ ਕੌਣ ਉਹਦਾ ਵਾਲ ਵੀ ਨਹੀਂ ਵਿੰਗਾ ਹੋ ਸਕਦਾ। ਜਾਮ ਗੁਰੂ ਹੋਏ ਵੱਲ ਲੱਖ ਬਾਹੇ ਕਿਆ ਕਿਜੇ, ਲੱਖਾਂ ਬਾਹਾਂ ਵੀ ਮਿਲ ਕੇ ਉਹਦਾ ਕੁਝ ਵਿਗਾੜ ਨਹੀਂ ਸਕਦੀਆਂ ਜਿਹਦੇ ਵੱਲ ਗੁਰੂ ਮਹਾਰਾਜ ਆਪ ਹੁੰਦੇ ਆ। ਤਾਂ ਸਤਿਗੁਰ ਬੇਪਰਵਾਹ ਨਿਤ ਰਾਗ ਦਵੈਸ਼ ਚਿਤ ਨਾਹੇ, ਕਰੇ ਭਾਵਨਾ ਪਾਏ ਤਿਮ ਜੇ ਨਰ ਚੱਲ ਟਿਕ ਜਾਹੇ। ਇਹ ਤਾਂ ਸ਼ੀਸ਼ਾ ਹੈ ਜੀ, ਜਿਹੋ ਜੀ ਕੋਈ ਭਾਵਨਾ ਲੈ ਕੇ ਆਉਂਦਾ ਉਹੋ ਜਿਹਾ ਸਭ ਕੁਝ ਉਹਨੂੰ ਮਿਲ ਜਾਂਦਾ ਹੈ। ਗੁਰੂ ਮਹਾਰਾਜ ਦੀ ਕਿਰਪਾ ਹੋਈ। ਬਾਬਰ ਨੂੰ ਜਿਹੜਾ ਰਾਜ ਮਿਲਿਆ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਨਾਲ ਮਿਲਿਆ। ਤੇ ਹਮਾਯੂੰ ਜੇ ਜਿੱਤਿਆ ਨਾ, ਗੁਰੂ ਅੰਗਦ ਦੇਵ ਜੀ ਦੀਆਂ ਅਸੀਸਾਂ ਲੈ ਕੇ ਹੀ ਜਿੱਤਿਆ। ਤੇ ਅਕਬਰ ਬਾਦਸ਼ਾਹ ਦਾ ਗੁਰੂ ਅਮਰਦਾਸ ਮਹਾਰਾਜ ਜੀ ਦੇ ਨਾਲ ਪਿਆਰ ਰਿਹਾ। ਫਿਰ ਜਹਾਂਗੀਰ ਤੋਂ ਗਲਤੀਆਂ ਹੋਈਆਂ, ਫਿਰ ਉਸ ਤੋਂ ਬਾਅਦ ਸ਼ਾਹਜਹਾਂ, ਫਿਰ ਉਸ ਤੋਂ ਬਾਅਦ ਆਪਾਂ ਵੇਖਦੇ ਹਾਂ ਔਰੰਗਜ਼ੇਬ, ਬਹਾਦਰ ਸ਼ਾਹ, ਆਖਰੀ ਮੁਗਲ ਸਮਰਾਟ ਬਹਾਦਰ ਸ਼ਾਹ ਜ਼ਫਰ ਹੋਇਆ। ਮਹਾਰਾਜ ਨੇ ਆਖਿਆ ਸੀ, ਬਾਬਰ ਜੇ ਤਾਂ ਆਪਣੀ ਪਰਜਾ ਦੀ ਰਾਖੀ ਕਰੋਗੇ, ਪਰਜਾ ਦਾ ਮਾਣ ਸਨਮਾਨ ਕਰੋਗੇ, ਗਰੀਬਾਂ ਦੀ ਸਹਾਇਤਾ ਕਰੋਗੇ, ਰਾਜ ਭਾਗ ਬਣਿਆ ਰਹੇਗਾ। ਜੇ ਜ਼ਬਰ ਜ਼ੁਲਮ ਕਰੋਗੇ ਤੇ ਤੁਹਾਡੀਆਂ ਜੜ੍ਹਾਂ ਪੁੱਟੀਆਂ ਜਾਣਗੀਆਂ। 10ਵੇਂ ਪਾਤਸ਼ਾਹ ਜੀ ਨੇ ਫਿਰ ਜੜ ਪੁੱਟੀ ਨਾ ਇਹਨਾਂ ਦੀ ਤੀਰ ਦੇ ਨਾਲ। ਜਦੋਂ ਔਰੰਗਜ਼ੇਬ ਤੋਂ ਗਲਤੀਆਂ ਹੋਈਆਂ, ਵੱਡੇ ਬੱਜਰ ਗੁਨਾਹੀ ਹੋਏ ਆ, ਪਾਪ ਹੋਏ ਆ। ਛੋਟੇ ਸਾਹਿਬਜ਼ਾਦਿਆਂ ਨੂੰ ਦੀਵਾਰਾਂ ਵਿੱਚ ਚਿਣਵਾ ਦਿੱਤਾ, ਸ਼ਹੀਦ ਕਰਵਾ ਦਿੱਤਾ। ਹੋਰ ਬੜੀਆਂ ਗਲਤੀਆਂ ਹੋਈਆਂ, ਮੰਦਰ ਢਵਾ ਦਿੱਤੇ। ਤਾਂ ਇੱਕ ਵੱਡੀ ਗਲਤੀ ਸੀ। ਹੌਲੀ ਹੌਲੀ ਇਹਨਾਂ ਦਾ ਰਾਜ ਭਾਗ ਆਪਣੇ ਹੀ ਕਰਮਾਂ ਕਰਕੇ ਖਤਮ ਹੋ ਗਿਆ। ਕਿਉਂਕਿ ਜਪ ਤਪ ਤੋਂ ਬੰਦੇ ਨੂੰ ਰਾਜ ਮਿਲਦਾ ਹੈ, ਤਪ ਤੋਂ। ਤੇ ਰਾਜ ਵਿੱਚ ਬੰਦਾ ਜੇ ਤਪ ਨਾ ਕਰੇ, ਬੰਦਗੀ ਨਾ ਕਰੇ, ਫਿਰ ਉਹਨੂੰ ਨਰਕ ਮਿਲਦਾ ਹੈ। ਗੁਰੂ ਪਿਆਰਿਓ, ਸਭ ਕੁਝ ਖੁੱਸ ਜਾਂਦਾ ਹੈ। ਕਿਉਂਕਿ ਭਿਖਾਰੀ ਤੇ ਰਾਜਾ ਇਹ ਵਾਹਿਗੁਰੂ ਦੇ ਹੱਥ ਆ ਵੀ ਕਿਹਨੂੰ ਇਹ ਦਾਤ ਦੇਣੀ ਹੈ। ਨੀਚ ਹੈ ਊਚ ਕਰੈ ਮੇਰਾ ਗੋਬਿੰਦ, ਕਾਹੂ ਤੇ ਨਾ ਡਰੈ। ਤਾਂ ਇਹ ਗੁਰੂ ਅੰਗਦ ਦੇਵ ਜੀ ਮਹਾਰਾਜ ਦੇ ਅਸੀਸ ਕਿਰਪਾ ਸਦਕਾ ਫਿਰ ਉਹ ਜਿਹੜਾ ਹਮਾਯੂੰ ਬਾਦਸ਼ਾਹ ਸੀ ਉਹਦਾ ਹੰਕਾਰ ਟੁੱਟਿਆ। ਅਫਗਾਨਿਸਤਾਨ, ਤੁਰਕਨਿਸਤਾਨ ਤੇ ਈਰਾਨ ਇਹ ਵਲੈਤ ਹੋ ਕੇ ਜਦੋਂ ਵਾਪਸ ਆਇਆ, ਦਿੱਲੀ ਦਾ ਤਖਤ ਉਹਨੇ ਹਾਸਲ ਕਰ ਲਿਆ, ਪਰ ਪਹਿਲਾਂ ਹਾਰ ਗਿਆ ਸੀ। ਤਾਂ ਇਹ ਤਾਕਤ ਨਿੱਕੀ ਕੀਰੀ ਮੈਂ ਕਲ ਰੱਖੈ, ਭਸਮ ਕਰੇ ਲਸ਼ਕਰ ਕੋਟ ਲੱਖ। ਤਾਂ ਉਹ ਨਿੱਕੀ ਜੀ ਕੀੜੀ ਨੂੰ ਜੇ ਵਾਹਿਗੁਰੂ ਪਰਮੇਸ਼ਰ ਤਾਕਤ ਦੇ ਦਵੇ ਨਾ, ਤੇ ਉਹ ਲੱਖਾਂ ਬੰਦਿਆਂ ਦੇ ਲਸ਼ਕਰ ਨੂੰ ਸਾੜ ਕੇ ਸਵਾਹ ਕਰ ਦੇਵੇਗੀ। ਕੀੜੀ ਵਿੱਚ ਵਾਹਿਗੁਰੂ ਜੇ ਜਾਨ ਭਰ ਦੇਣ ਤਾਂ ਮਨੁੱਖ ਤਾਂ ਅਕਸਰ ਮਨੁੱਖ ਹੀ ਆ। ਤਾਂ ਗੁਰੂ ਮਹਾਰਾਜ ਨੇ ਐਸੀ ਕਿਰਪਾ ਕੀਤੀ ਬਾਬਰ ਦੇ ਉੱਪਰ, ਹਮਾਯੂੰ ਦੇ ਉੱਪਰ। ਤੇ ਅਕਬਰ ਬਾਦਸ਼ਾਹ ਜਿਹੜਾ ਗੁਰੂ ਅਮਰਦਾਸ ਜੀ ਦੀ ਸੇਵਾ ਵਿੱਚ ਆਇਆ, ਬਹੁਤ ਭਾਵਨਾ ਉਹਦੀ ਬਣੀ। ਤਾਂ ਕਹਿਣ ਦਾ ਭਾਵ ਇਹ ਆ, ਸਿੱਖਿਆ ਜਿਹੜੀ ਮਿਲਦੀ ਆ ਵੀ ਜੇ ਸਾਡੇ ਕੋਲ ਕੋਈ ਸ਼ਕਤੀ ਹੈ, ਰਾਜਨੀਤਿਕ ਸ਼ਕਤੀ ਹੈ, ਤਾਂ ਉਹਦਾ ਸਦਉਪਯੋਗ ਕਰਨਾ ਚਾਹੀਦਾ, ਸਦਵਰਤੋਂ ਕਰਨੀ ਚਾਹੀਦੀ, ਨਾ ਕਿ ਦੁਰਵਰਤੋਂ ਜਿੱਦਾਂ ਅੱਜ ਲੋਕ ਕਰ ਰਹੇ ਆ। ਗੁਰੂ ਮਹਾਰਾਜ ਕਿਰਪਾ ਕਰਨ, ਕੀਤੀ ਵਿਚਾਰ ਹਿਰਦਿਆਂ ਵਿੱਚ ਵਸ ਜਾਵੇ। ਗੁਰ ਸ਼ਬਦਾਂ ਦੀ ਕਮਾਈ ਕਰਕੇ ਅਸੀਂ ਵੀ ਉੱਚੇ ਸੁੱਚੇ ਜੀਵਨ ਵਾਲੇ ਬਣਨਾ ਹੈ। ਗੁਰੂ ਅੰਗਦ ਦੇਵ ਜੀ ਮਹਾਰਾਜ ਜੀ ਦੇ ਚਰਨਾਂ ਤੇ ਨਮਸਕਾਰ, ਜਿਨ੍ਹਾਂ ਨੇ ਭਾਈ ਇਸ ਤਰ੍ਹਾਂ ਦੁਨੀਆ ਦੇ ਲੋਕਾਂ ਨੂੰ, ਭਟਕੇ ਹੋਏ ਲੋਕਾਂ ਨੂੰ, ਰਾਜਿਆਂ ਨੂੰ ਸਿੱਧੇ ਰਾਹ ਤੇ ਪਾਇਆ। ਉਹਨਾਂ ਨੂੰ ਸਿੱਖੀ ਦੀ ਦਾਤ ਬਖਸ਼ਿਸ਼ ਕੀਤੀ। ਭੁੱਲ ਚੁੱਕ ਦੀ ਖਿਮਾ ਜੀ ਦੇਹੋ ਸੱਜਣ ਅਸੀਸੜੀਆਂ, ਕਿਉਂ ਹੋਵੇ ਸਾਹਿਬ ਸਿਉ ਮੇਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।